ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਵਿਰੋਧੀ ਧਿਰਾਂ ਦੀ ਇਕਜੁੱਟਤਾ ਬਾਰੇ। ਦੋਸਤੋ ਜਿਵੇਂ ਕਿ ਪਿਛਲੇ ਮਹੀਨੇ ਵੀ ਜਿਹੜਾ ਹੈਗਾ ਗੈਰ ਭਾਜਪਾਈ ਸਿਆਸੀ ਪਾਰਟੀਆਂ ਵੱਲੋਂ ਇੱਕ ਭਾਜਪਾ ਦੇ ਵਿਰੁੱਧ ਗੱਠਜੋੜ ਤਿਆਰ ਕਰਨ ਲਈ, ਭਾਜਪਾ ਨੂੰ ਹਰਾਉਣ ਲਈ, ਭਾਜਪਾ ਨੂੰ ਇੱਕ ਵੱਡੀ ਟੱਕਰ ਦੇਣ ਲਈ ਜਿਹੜਾ ਹੈਗਾ ਸਾਰੀ ਗੈਰ ਭਾਜਪਾਈ ਸਿਆਸੀ ਪਾਰਟੀਆਂ ਕਹਿ ਲਓ ਜਾਂ ਵਿਰੋਧੀ ਪਾਰਟੀਆਂ ਕਹਿ ਲਓ, ਉਹਨਾਂ ਵੱਲੋਂ ਇੱਕ ਮੰਚ ਤੇ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦੇ ਚੱਲਦਿਆਂ ਪਿਛਲੇ ਮਹੀਨੇ ਪਟਨਾ ਦੇ ਵਿੱਚ ਜਿਹੜਾ ਹੈਗਾ ਵਿਰੋਧੀ ਪਾਰਟੀਆਂ ਦੀ ਮੀਟਿੰਗ ਹੋਈ ਸੀ, ਜਿਸ 'ਚ ਲਗਭਗ 17 ਵਿਰੋਧੀ ਧਿਰਾਂ ਨੇ ਹਿੱਸਾ ਲਿਆ ਸੀ। ਉਸ ਮੀਟਿੰਗ 'ਚ ਕਈ ਤਰ੍ਹਾਂ ਦੇ ਫੈਸਲੇ, ਕਈ ਤਰ੍ਹਾਂ ਦੀ ਗੱਲਾਂ ਸਾਹਮਣੇ ਆਈਆਂ ਤੇ ਉਸ ਤੋਂ ਬਾਅਦ ਅੱਜ ਫੇਰ ਜਿਹੜਾ ਹੈਗਾ ਬੈਂਗਲੁਰੂ ਦੇ ਵਿੱਚ ਵਿਰੋਧੀ ਧਿਰਾਂ ਦੀ ਜਿਹੜੀ ਹੈਗੀ ਹੈ ਦੂਜੀ ਮੀਟਿੰਗ ਸ਼ੁਰੂ ਹੋ ਚੁੱਕੀ ਹੈ। ਇਹ ਵਿਰੋਧੀ ਧਿਰਾਂ ਦੀ ਦੂਜੀ ਮੀਟਿੰਗ ਹੋਣ ਜਾ ਰਹੀ ਹੈ ਤੇ ਇਸ ਮੀਟਿੰਗ 'ਚ ਜਿਹੜਾ ਹੈਗਾ ਇਸ ਵਾਰ ਜਿਹੜਾ ਹੈਗਾ ਹੋਰ ਸਿਆਸੀ ਪਾਰਟੀਆਂ ਦੇ ਵਧਣ ਦੇ ਨਾਲ 8 ਨਵੀਆਂ ਸਿਆਸੀ ਪਾਰਟੀਆਂ ਦੇ ਆਉਣ ਤੋਂ ਬਾਅਦ 26 ਸਿਆਸੀ ਪਾਰਟੀਆਂ ਅੱਜ ਇੱਕ ਮੰਚ ਤੇ ਇਕੱਠੀਆਂ ਹੋ ਰਹੀਆਂ ਨੇ ਤੇ ਉਹ ਲਗਾਤਾਰ ਭਾਜਪਾ ਨੂੰ ਹਰਾਉਣ ਲਈ ਜਾਂ ਭਾਜਪਾ ਦੇ ਵਿਰੁੱਧ ਇੱਕ ਠੋਸ ਰਣਨੀਤੀ ਤਿਆਰ ਕਰਨ ਲਈ ਵਿਚਾਰ ਚਰਚਾ ਕਰ ਰਹੇ ਨੇ, ਗੱਲਬਾਤ ਕਰ ਰਹੇ ਨੇ। ਇਹ ਸਭ ਕੁਝ ਅੱਜ ਬੈਂਗਲੁਰੂ ਦੇ ਵਿੱਚ ਚੱਲ ਰਿਹਾ। ਉੱਥੇ ਮੀਟਿੰਗ ਕੱਲ੍ਹ ਨੂੰ ਵੀ ਜਾਰੀ ਰਹੇਗੀ। ਜੇ ਦੱਸ ਦਈਏ ਤਾਂ ਪਹਿਲਾਂ ਥੋੜ੍ਹਾ ਜਿਹਾ ਪਿਛੋਕੜ ਤੇ ਨਜ਼ਰ ਮਾਰੀਏ ਤਾਂ ਪਿਛਲੀ ਮੀਟਿੰਗ 'ਚ ਜਿਹੜਾ ਹੈਗਾ JDU, RJD, ਆਮ ਆਦਮੀ ਪਾਰਟੀ, DMK, TMC, CPI, CPM, PDP, ਨੈਸ਼ਨਲ ਕਾਨਫਰੰਸ, ਕਾਂਗਰਸ, ਸ਼ਿਵ ਸੈਨਾ, ਉद्धਵ ਠਾਕਰੇ, ਸਮਾਜਵਾਦੀ ਪਾਰਟੀ, NCP ਸਣੇ ਜਿਹੜਾ ਹੈਗਾ ਲਗਭਗ 18 ਪਾਰਟੀਆਂ ਵੱਲੋਂ ਸ਼ਮੂਲੀਅਤ ਕੀਤੀ ਹੋਈ ਸੀ ਤੇ ਇਸ ਵਾਰ ਜਿਹੜੀਆਂ ਹੋਰ ਨਵੀਆਂ ਪਾਰਟੀਆਂ ਨੂੰ ਰਲਾ ਕੇ ਜਿਹੜਾ ਹੈਗਾ 26 ਪਾਰਟੀਆਂ ਹੋ ਗਈ ਨੇ ਤੇ ਇਸ ਮੀਟਿੰਗ ਦੇ ਵਿੱਚ MDMK, KDMK, VCK, ਰੈਵੋਲੂਸ਼ਨ ਸੋਲਿਊਸ਼ਨ ਪਾਰਟੀ, ਇੰਡੀਅਨ ਯੂਨੀਅਨ ਮੁਸਲਿਮ ਲੀਗ, ਕੇਰਲ ਕਾਂਗਰਸ ਤੇ ਇਹ ਸਿਆਸੀ ਧਿਰਾਂ ਜਿਹੜੀਆਂ ਹੈਗੀਆਂ ਨਵੀਆਂ ਸ਼ਾਮਲ ਹੋਈਆਂ ਨੇ ਤੇ ਇਹ ਲਗਾਤਾਰ ਜਿਹੜਾ ਹੈਗਾ ਉੱਥੇ ਵਿਚਾਰ ਚਰਚਾ ਕਰ ਰਹੀਆਂ ਨੇ। ਤੇ ਅੱਜ ਦੀ ਮੀਟਿੰਗ ਦੇ ਵਿੱਚ ਸਭ ਤੋਂ ਵੱਡੀ ਗੱਲ ਤਾਂ ਇਹੀ ਰਹੀ ਹੈ ਕਿ ਜਿਹੜੀਆਂ ਇਹ 8-9 ਨਵੀਆਂ ਸਿਆਸੀ ਧਿਰਾਂ ਸ਼ਾਮਲ ਹੋਈਆਂ ਇਸ ਗੱਠਜੋੜ 'ਚ, ਉਹ ਇੱਕ ਇਸ ਗੱਠਜੋੜ ਦੀ ਕਾਮਯਾਬੀ ਕਹਿ ਲਈਏ ਜਾਂ ਇਸ ਦੀ ਮਜ਼ਬੂਤੀ ਵਾਲੇ ਪਾਸੇ ਵੱਧਦੇ ਕਦਮ ਕਹਿ ਲਈਏ ਵੀ ਕਿ ਇਹ 8-9 ਨਵੀਆਂ ਪਾਰਟੀਆਂ ਸ਼ਾਮਲ ਹੋਈਆਂ ਨੇ ਇਸ ਗੱਠਜੋੜ 'ਚ। ਭਾਵੇਂ ਕਿ ਇਹ ਸਾਰੀ ਸਿਆਸੀ ਪਾਰਟੀਆਂ ਬਹੁਤ ਛੋਟੀਆਂ ਪਾਰਟੀਆਂ, ਪਰ ਦੇਸ਼ ਦੀ ਸਿਆਸਤ ਦੇ ਵਿੱਚ ਇਹਨਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਾਰੀ ਪਾਰਟੀਆਂ ਦੀ ਆਪਣੇ ਇਲਾਕੇ 'ਚ, ਆਪਣੇ ਖਿੱਤੇ ਦੇ ਵਿੱਚ ਇੱਕ ਅਹਿਮ ਭੂਮਿਕਾ ਹੈ, ਇੱਕ ਉਹਨਾਂ ਦੀ ਆਪਣੀ ਇੰਪੋਰਟੈਂਸ ਹੈ ਜਿਸ ਨੂੰ ਕਿ ਕਦੇ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਭੁਲਾਇਆ ਨਹੀਂ ਜਾ ਸਕਦਾ। ਤੇ ਇਸੇ ਕਰਕੇ ਜਿਹੜਾ ਹੈਗਾ ਇਹਨਾਂ ਸਿਆਸੀ ਧਿਰਾਂ ਨੂੰ ਵੀ ਜਿਹੜਾ ਹੈਗਾ ਕੋਈ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਪਰ ਦੋਸਤੋ ਇੱਕ ਚੀਜ਼ ਇਹ ਵੀ ਹੈ ਵੀ ਕਿ ਇਹ ਦੂਜੀ ਮੀਟਿੰਗ ਹੋਣ ਜਾ ਰਹੀ ਹੈ ਤਾਂ ਦੂਜੀ ਮੀਟਿੰਗ ਦੇ ਵਿੱਚ ਜਿਹੜੀ ਪਹਿਲਾਂ ਵਾਲੀਆਂ 17-18 ਪਾਰਟੀਆਂ ਸੀ ਉਹਨਾਂ ਦਾ ਮੁੜ ਸਾਰੀਆਂ ਦਾ ਸ਼ਾਮਲ ਹੋਣਾ, ਇਹ ਵੀ ਇੱਕ ਵੱਡੀ ਸਫਲਤਾ ਹੈ ਕਿਉਂਕਿ ਪਿਛਲੀ ਮੀਟਿੰਗ 'ਚ ਕੁਝ ਖਦਸ਼ੇ ਜਿਹੜੇ ਸੀ ਜਤਾਏ ਜਾ ਰਹੇ ਸੀ ਵੀ ਕਿ ਸ਼ਾਇਦ ਅਗਲੀ ਮੀਟਿੰਗ 'ਚ ਕੋਈ ਨਾ ਕੋਈ ਇੱਕ ਅੱਧਾ ਸਿਆਸੀ ਧਿਰ ਜਿਹੜੀ ਹੈਗੀ ਆ ਉਹ ਨਾਰਾਜ਼ ਹੋ ਜਾਏ ਜਾਂ ਇਸ ਗੱਠਜੋੜ ਤੋਂ ਜਾਂ ਇਸ ਜਿਹੜੀ ਮੁਹਿੰਮ ਤੋਂ ਬਾਹਰ ਹੋ ਜਾਏ, ਕਿਉਂਕਿ ਉਦੋਂ ਇੱਕ ਟਕਰਾਅ ਵਾਲੇ ਹਾਲਾਤ ਦੇਖਣ ਨੂੰ ਮਿਲੇ ਸੀ। ਕਿਉਂਕਿ ਆਮ ਆਦਮੀ ਪਾਰਟੀ ਨੇ ਸਪਸ਼ਟ ਜਿਹੜਾ ਹੈਗਾ ਇੱਕ ਗੱਲ ਦਾ ਐਲਾਨ ਕਰ ਦਿੱਤਾ ਸੀ ਕਿ ਜੇਕਰ ਕਾਂਗਰਸ ਪਾਰਟੀ ਕੇਂਦਰ ਸਰਕਾਰ ਵੱਲੋਂ ਜਿਹੜੇ ਦਿੱਲੀ ਬਾਰੇ ਇੱਕ ਆਰਡੀਨੈਂਸ ਲਿਆਂਦਾ ਗਿਆ ਉਸ ਬਾਰੇ ਸਟੈਂਡ ਸਪਸ਼ਟ ਨਹੀਂ ਕਰਦੀ ਤਾਂ ਉਹ ਪਾਰਟੀ ਦੇ ਵਿੱਚ ਸ਼ਮੂਲੀਅਤ ਨਹੀਂ ਕਰਨਗੇ ਜਾਂ ਉਹ ਪਾਰਟੀ ਦੇ ਵਿੱਚ ਬਾਈਕਾਟ ਕਰ ਦੇਣਗੇ। ਤੇ ਉਸ ਸਮੇਂ ਕਾਂਗਰਸ ਪਾਰਟੀ ਵੱਲੋਂ ਭਾਵੇਂ ਆਪਣਾ ਸਟੈਂਡ ਸਪਸ਼ਟ ਨਹੀਂ ਕੀਤਾ ਗਿਆ ਸੀ, ਪਰ ਕਾਂਗਰਸ ਪਾਰਟੀ ਦਾ ਕਿਤੇ ਨਾ ਕਿਤੇ ਇਸ਼ਾਰਾ ਸੀਗਾ ਵੀ ਕਿ ਉਹ ਗੈਰ ਸੰਵਿਧਾਨਕ ਜਿੰਨੇ ਵੀ ਗੱਲਾਂ, ਜਿੰਨੇ ਵੀ ਕੰਮ ਦੇਸ਼ 'ਚ ਹੋ ਰਹੇ ਨੇ ਉਸ ਦਾ ਕਦੀ ਸਾਥ ਨਹੀਂ ਦੇਣਗੇ, ਉਸ ਦਾ ਵਿਰੋਧ ਕਰਨਗੇ। ਪਰ ਉਹਨਾਂ ਨੇ ਸਟੈਂਡ ਸਪਸ਼ਟ ਨਹੀਂ ਕੀਤਾ ਸੀਗਾ। ਪਰ ਇਸ ਮੀਟਿੰਗ ਤੋਂ ਪਹਿਲਾਂ ਜਿਹੜਾ ਹੈਗਾ ਲੰਘੇ ਦਿਨੀ ਕਾਂਗਰਸ ਪਾਰਟੀ ਨੇ ਸਪਸ਼ਟ ਕਰ ਦਿੱਤਾ ਸੀ, ਆਪਣਾ ਸਟੈਂਡ ਜਗ ਜ਼ਾਹਰ ਕਰਤਾ ਸੀ ਵੀ ਕਿ ਉਹ ਦਿੱਲੀ ਆਰਡੀਨੈਂਸ ਨੂੰ ਲੈ ਕੇ ਕੇਂਦਰ ਸਰਕਾਰ ਦੀ ਹਮਾਇਤ ਨਹੀਂ ਕਰਨਗੇ ਬਲਕਿ ਉਸ ਦੀ ਖਿਲਾਫਤ ਕਰਨਗੇ। ਇਸ ਸਟੈਂਡ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਨੇ ਜਿਹੜਾ ਹੈਗਾ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦਾ ਜਿਹੜਾ ਹੈਗਾ ਸ਼ਾਮਲ ਹੋਈ ਹੈ ਤੇ ਉੱਥੇ ਕਾਂਗਰਸ ਪਾਰਟੀ ਦੇ ਸਟੈਂਡ ਨੇ ਵੀ ਹੋਰਨਾਂ ਸਿਆਸੀ ਧਿਰਾਂ ਦੇ ਵਿੱਚ ਜਿਹੜਾ ਹੈਗਾ ਇੱਕ ਨਵਾਂ ਉਤਸ਼ਾਹ ਭਰਿਆ। ਪਰ ਦੋਸਤੋ ਜੇ ਆਪਾਂ ਦੇਖਦੇ ਹਾਂ ਤਾਂ ਇਸ ਮੀਟਿੰਗ 'ਚ ਕਈ ਤਰ੍ਹਾਂ ਦੀ ਗੱਲਾਂ, ਕਈ ਤਰ੍ਹਾਂ ਦੀ ਵਿਚਾਰ ਚਰਚਾ ਹੋਣੀ ਹੈ
ਕਿਉਂਕਿ ਸਭ ਤੋਂ ਵੱਡੀ ਤਾਂ ਪਹਿਲਾਂ ਦੇਖੀਏ ਤਾਂ ਦੇਸ਼ 'ਚ ਜਿਹੜੀ ਵੱਖ-ਵੱਖ ਘਟਨਾਵਾਂ ਕਹਿ ਲਓ ਜਾਂ ਜਿਹੜੇ ਵੱਖ-ਵੱਖ ਮੁੱਦੇ ਉੱਭਰੇ ਹੋਏ ਨੇ ਉਹਨਾਂ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਜਿਵੇਂ ਕਿ ਮਨੀਪੁਰ ਦੇ ਵਿੱਚ ਬਹੁਤ ਹੀ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਹਿੰਸਾ ਚੱਲ ਰਹੀ ਹੈ, ਯੂਨੀਫਾਰਮ ਸਿਵਲ ਕੋਡ ਦਾ ਮੁੱਦਾ ਹੈ, ਜਾਂ 5 ਸੂਬਿਆਂ ਦੇ ਵਿੱਚ ਜਿਹੜੀ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਉਸ ਨੂੰ ਲੈ ਕੇ ਜਿਹੜਾ ਹੈਗਾ ਭਾਜਪਾ ਨੂੰ ਕਿਵੇਂ ਘੇਰਿਆ ਜਾ ਸਕਦਾ ਹੈ, ਭਾਜਪਾ ਵੱਲੋਂ ਉਹਨਾਂ ਸੂਬਿਆਂ ਜਿਹੜੀ ਧੋੜਪੰਨ ਕਰਵਾਈ ਜਾ ਰਹੀ ਹੈ ਉਸ ਨੂੰ ਕਿਵੇਂ ਰੋਕਿਆ ਜਾ ਸਕਦਾ, ਇਹਨਾਂ ਮੁੱਦਿਆਂ ਬਾਰੇ ਗੱਲਬਾਤ ਕਰਨਗੇ। ਪਰ ਇਸ ਦੇ ਨਾਲ ਹੀ ਸਭ ਤੋਂ ਵੱਡੀ ਗੱਲ ਇਹ ਵੀ ਹੈ ਵੀ ਕਿ ਇਸ ਮੀਟਿੰਗ ਦੇ ਵਿੱਚ ਜਿਹੜਾ ਹੈਗਾ ਇਸ ਗਠਜੋੜ ਨੂੰ ਯੂਪੀਏ ਤੋਂ ਬਾਹਰ ਕਿਤੇ ਨਾ ਕਿਤੇ ਰੱਖਣ ਦੀ ਗੱਲ ਕੀਤੀ ਜਾ ਸਕਦੀ ਹੈ, ਕਿਉਂਕਿ ਸਾਰੀ ਸਿਆਸੀ ਧਿਰਾਂ ਦਾ ਮੰਨਣਾ ਹੈ ਵੀ ਕਿ ਇਸ ਗਠਜੋੜ ਦਾ ਨਾਮ ਯੂਪੀਏ ਨਹੀਂ ਹੋਣਾ ਚਾਹੀਦਾ, ਕੁਝ ਹੋਰ ਰੱਖਿਆ ਜਾਣਾ ਚਾਹੀਦਾ। ਉਸ ਬਾਰੇ ਵੀ ਵਿਚਾਰ ਚਰਚਾ ਜਿਹੜੀ ਹੈਗੀ ਹੈ ਹੋ ਰਹੀ ਹੈ। ਤੇ ਪਰ ਇਸ ਦੇ ਨਾਲ ਹੀ ਇੱਕ ਚੀਜ਼ ਹੋਰ ਵਿਸ਼ੇਸ਼ ਰਹੀ ਹੈ ਵੀ ਕਿ ਅੱਜ ਦੀ ਮੀਟਿੰਗ 'ਚ ਕਾਂਗਰਸ ਪਾਰਟੀ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਵੀ ਸ਼ਮੂਲੀਅਤ ਕਰ ਰਹੇ ਨੇ, ਭਾਵੇਂ ਕਿ ਇਹ ਮੰਨਿਆ ਜਾ ਰਿਹਾ ਹੈ ਵੀ ਕਿ ਉਹਨਾਂ ਨੂੰ ਬਤੌਰ ਯੂਪੀਏ ਦੇ ਚੇਅਰਮੈਨ ਵਜੋਂ ਜਿਹੜਾ ਹੈਗਾ ਅੱਜ ਇਨਵਾਈਟ ਕੀਤਾ ਗਿਆ, ਉਹ ਸ਼ਾਮਲ ਹੋ ਰਹੇ ਨੇ। ਪਰ ਇਸ ਮੀਟਿੰਗ 'ਚ ਕਿਤੇ ਨਾ ਕਿਤੇ ਯੂਪੀਏ ਦਾ ਨਾਮ ਜਿਹੜਾ ਹੈਗਾ ਬਦਲਣ ਬਾਰੇ ਵੀ ਵਿਚਾਰ ਚਰਚਾ ਹੋ ਸਕਦੀ ਹੈ। ਪਰ ਦੋਸਤੋ, ਜਦੋਂ ਅਸੀਂ ਪਿਛਲੀ ਮੀਟਿੰਗ ਤੋਂ ਲੈ ਕੇ ਅੱਜ ਤੱਕ ਦੇ ਹਾਲਾਤ ਦੇਖਦੇ ਹਾਂ ਤਾਂ ਜਿਹੜੀ ਵੀ ਗੈਰ ਭਾਜਪਾਈ ਸਿਆਸੀ ਧਿਰਾਂ ਜੋ ਕਿ ਮੀਟਿੰਗ 'ਚ ਪਿਛਲੇ 'ਚ ਵੀ ਸ਼ਾਮਲ ਹੋਈਆਂ ਸੀ, ਅੱਜ ਵੀ ਸ਼ਾਮਲ ਹੋ ਰਹੀਆਂ ਨੇ, ਉਹਨਾਂ 'ਚ ਵੀ ਕਈ ਤਰ੍ਹਾਂ ਦੇ ਜਿਹੜੇ ਤੋੜ-ਭੰਨੀ ਕਹਿ ਲਓ ਜਾਂ ਉਥਲ-ਪੁਥਲ ਦੇਖਣ ਨੂੰ ਮਿਲਿਆ, ਜੋ ਕਿ ਸਭ ਤੋਂ ਵੱਡਾ ਉਥਲ-ਪੁਥਲ ਐਨਸੀਪੀ ਦੇ ਵਿੱਚ ਦੇਖਣ ਨੂੰ ਮਿਲਿਆ। ਕਿਉਂਕਿ ਉਸ ਸਮੇਂ ਵੀ ਜਿਹੜਾ ਹੈਗਾ ਪਿਛਲੀ ਮੀਟਿੰਗ 'ਚ ਐਨਸੀਪੀ ਇੱਕ ਵੱਡੀ ਪਾਰਟੀ ਵਜੋਂ ਉੱਭਰ ਰਹੀ ਸੀ, ਆਪਣੇ ਆਪ ਨੂੰ ਸ਼ਰਦ ਪਵਾਰ ਸਭ ਤੋਂ ਸੀਨੀਅਰ ਤੇ ਜਿਹੜਾ ਹੈਗਾ ਸਿਆਣੇ ਸਿਆਸਤਦਾਨ ਵਜੋਂ ਜਿਹੜਾ ਹੈਗਾ ਉਭਾਰ ਰਹੇ ਸੀਗੇ। ਪਰ ਐਨਸੀਪੀ ਦੇ ਵਿੱਚ ਜੋ ਉਥਲ-ਪੁਥਲ ਹੋਈ ਹੈ ਉਸਨੇ ਸਭ ਕੁਝ ਜਿਹੜਾ ਹੈਗਾ ਸ਼ਰਦ ਪਵਾਰ ਦਾ ਇੱਕ ਤਰ੍ਹਾਂ ਦਾ ਦਾਅ ਤੇ ਲਾਤਾ, ਕਿਉਂਕਿ ਸ਼ਰਦ ਪਵਾਰ ਦਾ ਆਪਣਾ ਭਤੀਜਾ ਅਜੀਤ ਪਵਾਰ ਜੋ ਕਿ 3 ਦਰਜਨ ਤੋਂ ਵੱਧ ਵਿਧਾਇਕਾਂ ਦੇ ਨਾਲ ਸ਼ਿਵ ਸੈਨਾ ਸ਼ਿੰਦੇ ਗਰੁੱਪ ਤੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦਾ ਹਿੱਸਾ ਬਣ ਗਏ, ਜਿਸ 'ਚ ਅਜੀਤ ਪਵਾਰ ਨੇ ਜਿਹੜਾ ਹੈਗਾ ਉੱਥੇ ਬਤੌਰ ਉਪ ਮੁੱਖ ਮੰਤਰੀ ਸਹੁੰ ਚੁੱਕੀ ਹੈ ਤੇ ਅੱਧਾ ਦਰਜਨ ਤੋਂ ਵੱਧ ਵਿਧਾਇਕਾਂ ਨੂੰ ਮੰਤਰੀ ਵੀ ਜਿਹੜਾ ਹੈਗਾ ਬਣਾਇਆ ਗਿਆ। ਇਹ ਐਨਸੀਪੀ ਦੇ ਵਿੱਚ ਜਿਹੜਾ ਹੈਗਾ ਇੱਕ ਵੱਡਾ ਉਥਲ-ਪੁਥਲ ਦੇਖਣ ਨੂੰ ਮਿਲਿਆ। ਪਰ ਇਸ ਦੇ ਨਾਲ ਹੀ ਜਿਹੜੀ ਇੱਕ ਚੀਜ਼ ਹੋਰ ਨਿਕਲ ਕੇ ਸਾਹਮਣੇ ਆਈ ਹੈ ਉਹ ਇਹ ਆਈ ਹੈ ਵੀ ਕਿ ਜਦੋਂ ਅਜੀਤ ਪਵਾਰ ਸ਼ਿਵ ਸੈਨਾ ਸ਼ਿੰਦੇ ਗਰੁੱਪ ਤੇ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਦਾ ਹਿੱਸਾ ਬਣ ਗਏ ਤਾਂ ਉਹ ਲੰਘੇ ਦਿਨ ਜਿਹੜਾ ਹੈਗਾ ਸ਼ਰਦ ਪਵਾਰ ਨੂੰ ਮਿਲ ਕੇ ਆਏ ਨੇ। ਉਸ ਦੇ ਪਿੱਛੇ ਕੀ ਕਾਰਨ ਨੇ ਇਹ ਹਾਲੇ ਤੱਕ ਕਿਸੇ ਨੂੰ ਵੀ ਸਮਝ ਨਹੀਂ ਆ ਰਿਹਾ। ਇਸ ਬਾਰੇ ਸਾਡੇ ਸਿਆਸੀ ਮਾਹਰ ਵੀ ਕੁਝ ਟਿੱਪਣੀਆਂ ਕਰਨ ਤੋਂ ਜਿਹੜਾ ਹੈਗਾ ਗੁਰੇਜ਼ ਕਰ ਰਹੇ ਨੇ, ਉਹ ਵੀ ਸਮਝ ਰਹੇ ਨੇ ਕਿ ਇਹ ਕਿਹੜੀ ਰਾਜਨੀਤੀ ਹੋ ਸਕਦੀ ਹੈ। ਪਹਿਲਾਂ ਤੁਸੀਂ ਪਾਰਟੀ ਤੋਂ ਵੱਖ ਹੋ ਗਏ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਆਪਣੀ ਹੀ ਪਾਰਟੀ ਦੇ ਜਿਹੜੇ ਕਹਿ ਲਓ ਜਾਂ ਆਪਣੇ ਇੱਕ ਸੀਨੀਅਰ ਸਿਆਸਤਦਾਨ ਨਾਲ ਕੇ ਮੁਲਾਕਾਤ ਕਰ ਰਹੇ ਹੋ। ਇਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਚਰਚੇ ਜਿਹੜਾ ਹੈਗਾ ਚੱਲ ਰਹੇ ਨੇ। ਪਰ ਦੋਸਤੋ, ਇਸ ਤੋਂ ਬਾਅਦ ਜੇ ਅਸੀਂ ਦੇਖੀਏ ਤਾਂ ਜਿਹੜਾ ਹੈਗਾ ਸੋਨੀਆ ਗਾਂਧੀ ਦੀ ਸ਼ਮੂਲੀਅਤ ਨੂੰ ਲੈ ਕੇ ਵੀ ਕਈ ਤਰ੍ਹਾਂ ਦੀ ਗੱਲਾਂ ਸਾਹਮਣੇ ਆ ਰਹੀਆਂ, ਕਿਉਂਕਿ ਸੋਨੀਆ ਗਾਂਧੀ ਇੱਕ ਸੀਨੀਅਰ ਸਿਆਸਤਦਾਨ ਨੇ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨੇ, ਲੰਬਾ ਸਮਾਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ ਨੇ। ਉਹਨਾਂ ਦੀ ਸ਼ਮੂਲੀਅਤ ਨੂੰ ਲੈ ਕੇ ਵੀ ਕਈ ਤਰ੍ਹਾਂ ਦੀ ਗੱਲਾਂ, ਕਈ ਤਰ੍ਹਾਂ ਦੇ ਚਰਚੇ ਚੱਲ ਰਹੇ ਨੇ। ਪਰ ਇੱਕ ਚੀਜ਼ ਸਪਸ਼ਟ ਹੈ ਵੀ ਕਿ ਇੱਕ ਤਾਂ ਸੋਨੀਆ ਗਾਂਧੀ ਜਿਵੇਂ ਦੱਸਿਆ ਉਹ ਯੂਪੀਏ ਦੇ ਚੇਅਰਮੈਨ ਨੇ, ਤਾਂ ਉਹਨਾਂ ਨੂੰ ਉਸ ਨਾਤੇ ਵੀ ਜਿਹੜਾ ਹੈਗਾ ਕਿਤੇ ਨਾ ਕਿਤੇ ਜਿਹੜਾ ਹੈਗਾ ਇਸ ਮੀਟਿੰਗ 'ਚ ਸ਼ਾਮਲ ਕਰਵਾਇਆ ਗਿਆ। ਪਰ ਇਸ ਦੇ ਨਾਲ ਜੇ ਦੇਖੀਏ ਤਾਂ ਉਹਨਾਂ ਦਾ ਇੱਕ ਆਪਣਾ ਤਜਰਬਾ ਹੈ, ਉਹਨਾਂ ਦੀ ਇੱਕ ਆਪਣੀ ਐਕਸਪਰਟਾਈਜ਼ ਹੈ ਪੋਲੀਟਿਕਸ ਦੇ ਵਿੱਚ, ਸਮੇਂ ਨੂੰ ਦੇਖ ਕੇ ਕੀ ਫੈਸਲੇ ਲੈਣੇ ਉਸ ਚੀਜ਼ ਨੂੰ ਲੈ ਕੇ ਉਹਨਾਂ ਦੀ ਸੂਝ-ਬੂਝ ਵੀ ਕੰਮ ਕਰਦੀ ਹੈ। ਕਿਉਂਕਿ ਸੋਨੀਆ ਗਾਂਧੀ ਨੇ ਜਿੱਥੇ ਲੰਬਾ ਸਮਾਂ ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਕੀਤੀ ਹੈ, ਉੱਥੇ ਹੀ ਉਹਨਾਂ ਨੇ ਜਿਹੜਾ ਹੈਗਾ ਸਾਲ 2004 ਤੋਂ 14 ਤੱਕ 10 ਸਾਲ ਜਦੋਂ ਕਾਂਗਰਸ ਦੀ ਸਰਕਾਰ ਰਹਿੰਦੀ ਹੈ ਦੇਸ਼ 'ਚ, ਖੁਦ ਪ੍ਰਧਾਨ ਮੰਤਰੀ ਨਾ ਬਣਦੇ ਹੋਏ ਜਿਹੜਾ ਮਨਮੋਹਨ ਸਿੰਘ ਦਾ ਨਾਮ ਅੱਗੇ ਪ੍ਰਪੋਜ਼ ਕੀਤਾ ਜਾਂਦਾ, ਮਨਮੋਹਨ ਸਿੰਘ ਨੂੰ ਰੱਖਿਆ ਜਾਂਦਾ, ਭਾਵੇਂ ਕਿ ਪਿੱਛੇ ਕੰਮਕਾਜ ਕੋਈ ਵੀ ਦੇਖ ਰਿਹਾ ਸੀ ਉਸ ਸਮੇਂ, ਪਰ ਅਧਿਕਾਰਤ ਤੌਰ ਤੇ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾ ਕੇ ਇੱਕ ਵੱਡਾ ਜਿਹੜਾ ਹੈਗਾ ਉਹਨਾਂ ਨੇ ਦਿਲ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਇਸ ਕਰਕੇ ਵੀ ਜਿਹੜਾ ਹੈਗਾ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਹੈਗਾ ਇਸ ਮੀਟਿੰਗ ਦੇ ਵਿੱਚ ਸ਼ਾਮਲ ਕੀਤਾ ਗਿਆ। ਤੇ ਦੋਸਤੋ, ਇਸ ਦੇ ਸਾਰੀ ਚੀਜ਼ਾਂ ਦੇ ਨਾਲ ਹੀ ਜਿਹੜਾ ਹੈਗਾ ਇੱਕ ਚੀਜ਼ ਸਪਸ਼ਟ ਤੌਰ ਤੇ ਨਿਕਲ ਕੇ ਆਉਂਦੀ ਹੈ ਵੀ ਕਿ ਵਿਰੋਧੀ ਧਿਰਾਂ ਦੀ ਮੀਟਿੰਗ ਇਹ ਦੂਜੀ ਮੀਟਿੰਗ ਹੋਣ ਜਾ ਰਹੀ ਹੈ ਤੇ ਅਗਲੀ ਮੀਟਿੰਗ ਫੇਰ ਇਹਨਾਂ ਵੱਲੋਂ ਰੱਖਣੀ ਹੈ। ਭਾਵੇਂ ਕਿ ਇਹ ਮੀਟਿੰਗ ਹਾਲੇ ਚੱਲ ਰਹੀ ਹੈ, ਕੀ ਗੱਲਬਾਤ ਨਿਕਲ ਕੇ ਆਵੇਗੀ ਉਹ ਤਾਂ ਪਤਾ ਲੱਗੇਗਾ ਸਮੇਂ ਦੇ ਨਾਲ ਹੀ। ਪਰ ਇੱਕ ਚੀਜ਼ ਸਪਸ਼ਟ ਹੈ ਵੀ ਕਿ ਜਿਵੇਂ ਵਿਰੋਧੀ ਪਾਰਟੀਆਂ ਭਾਰਤੀ ਜਨਤਾ ਪਾਰਟੀ ਨੂੰ ਘੇਰਨ ਲਈ ਇੱਕ ਰਣਨੀਤੀ ਤਹਿਤ ਕੰਮ ਕਰ ਰਹੀਆਂ ਨੇ, ਇੱਕ ਮਜ਼ਬੂਤੀ ਨਾਲ ਕੰਮ ਕਰ ਰਹੀਆਂ ਨੇ, ਇਹ ਕਿਤੇ ਨਾ ਕਿਤੇ ਭਾਜਪਾ ਨੂੰ ਠੇਸ ਪਹੁੰਚਾਉਣ ਦੇ ਵਿੱਚ, ਡੈਂਟ ਪਾਉਣ ਦੇ ਵਿੱਚ ਜ਼ਰੂਰ ਕਾਮਯਾਬ ਹੁੰਦੀ ਦਿਖਾਈ ਦੇ ਰਹੀਆਂ। ਕਿਉਂਕਿ ਜਿਵੇਂ
ਇਹ ਸਿਆਸੀ ਧਿਰਾਂ ਵੱਲੋਂ ਪਹਿਲਾਂ ਵੀ ਮੀਟਿੰਗ ਕੀਤੀ ਗਈ, ਅੱਜ ਵੀ ਮੀਟਿੰਗ ਕੀਤੀ ਗਈ, ਵੱਖ-ਵੱਖ ਮੁੱਦਿਆਂ ਨੂੰ ਵਿਚਾਰਿਆ ਜਾ ਰਿਹਾ। ਪਰ ਉੱਥੇ ਇੱਕ ਚੀਜ਼ ਇਹ ਦੇਖਣ ਵਾਲੀ ਰਹੇਗੀ ਕਿ ਇਹ ਸਿਆਸੀ ਧਿਰਾਂ ਕੋਈ ਵੱਖ-ਵੱਖ ਤਰ੍ਹਾਂ ਦੀ ਕਮੇਟੀਆਂ ਬਣਾਉਂਦੀਆਂ, ਵੱਖ-ਵੱਖ ਮੁੱਦਿਆਂ ਦੇ ਵਿਚਾਰਨ ਲਈ ਕੋਈ ਗਰੁੱਪ ਬਣਾਉਂਦੀਆਂ, ਉਹ ਵੀ ਇੱਕ ਦੇਖਣ ਵਾਲੀ ਗੱਲ ਰਹੇਗੀ। ਕਿਉਂਕਿ ਜਿਵੇਂ ਕਿ ਆਪਾਂ ਗੱਲ ਕਰੀਏ ਕਿ ਇਸ ਮੀਟਿੰਗ 'ਚ ਮਨੀਪੁਰ ਹਿੰਸਾ ਦੀ ਗੱਲ ਹੋ ਸਕਦੀ ਹੈ, ਯੂਨੀਫਾਰਮ ਸਿਵਲ ਕੋਡ ਦੀ ਗੱਲ ਹੋ ਸਕਦੀ ਹੈ, 5 ਸੂਬਿਆਂ ਦੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਗੱਲ ਹੋ ਸਕਦੀ ਹੈ। ਤਾਂ ਉਸ ਬਾਰੇ ਵੀ ਦੇਖਣਾ ਹੋਵੇਗਾ ਵੀ ਕਿ ਕੀ ਇਹ ਸਿਆਸੀ ਧਿਰਾਂ ਇਹ ਵੱਖ-ਵੱਖ ਮੁੱਦਿਆਂ 'ਤੇ ਕੋਈ ਕਮੇਟੀਆਂ ਬਣਾਉਂਦੀਆਂ, ਕਿਉਂਕਿ ਦੇਸ਼ ਦੇ ਇੰਨੇ ਵੱਡੇ ਸਿਆਸਤਦਾਨਾਂ ਵੱਲੋਂ ਰੋਜ਼ ਮੀਟਿੰਗਾਂ ਕਰਨਾ ਮੁਮਕਿਨ ਨਹੀਂ ਹੈ। ਇਸ ਲਈ ਦੇਖਣਾ ਇਹ ਵੀ ਹੋਵੇਗਾ ਕਿ ਇਹ ਜਿਹੜਾ ਹੈਗਾ ਵੱਖ-ਵੱਖ ਮੁੱਦਿਆਂ 'ਤੇ ਕੋਈ ਕਮੇਟੀਆਂ ਬਣਾ ਕੇ ਸਰਕਾਰ ਨੂੰ ਘੇਰਨ ਲਈ ਕੋਈ ਰਣਨੀਤੀ ਤਿਆਰ ਕਰਦੇ ਨੇ। ਇਹ ਵੀ ਇੱਕ ਵੱਡਾ ਸਵਾਲ ਵੀ ਖੜਾ ਹੁੰਦਾ ਤੇ ਦੇਖਣ ਵਾਲੀ ਗੱਲ ਵੀ ਰਹੇਗੀ ਵੀ ਕੀ ਕਰਦੇ ਨੇ, ਕਿਉਂਕਿ ਯੂਨੀਫਾਰਮ ਸਿਵਲ ਕੋਡ ਤੇ ਸਰਕਾਰ ਨੂੰ ਘੇਰਨਾ ਉਹ ਵੀ ਇੱਕ ਵੱਡੀ ਗੱਲ ਹੈ। 5 ਸੂਬਿਆਂ ਦੀ ਵਿਧਾਨ ਸਭਾ ਚੋਣਾਂ ਜਿੱਥੇ ਹੋਣੀਆਂ ਨੇ ਉੱਥੇ ਨੂੰ ਲੈ ਕੇ ਸਰਕਾਰ ਤੇ ਇੱਕ ਸਵਾਲ ਚੁੱਕਣੇ, ਉਹਦੇ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਣੇ, ਤਾਂ ਉਸ ਲਈ ਵੀ ਇੱਕ ਤੁਹਾਡੇ ਕੋਲ ਟੀਮ ਹੋਣੀ ਚਾਹੀਦੀ ਹੈ, ਉਸ ਕੋਲ ਪਤਾ ਹੋਣਾ ਚਾਹੀਦਾ ਕੀ ਹੋ ਰਿਹਾ। ਇਸ ਦੇ ਨਾਲ ਹੀ ਜਿਵੇਂ ਮਨੀਪੁਰ ਹਿੰਸਾ ਹੈ, ਕਿ ਇਹਨਾਂ ਦੇ ਕੋਈ ਟੀਮ ਜਾਂ ਕੋਈ ਜਿਹੜਾ ਹੈਗਾ ਵਫਦ ਉੱਥੇ ਦਾ ਦੌਰਾ ਕਰਕੇ ਆਏਗਾ, ਜੋ ਆ ਕੇ ਸਰਕਾਰ ਕੋਲ ਕੇਂਦਰ ਨੂੰ ਘੇਰਨ ਲਈ ਉਹਨਾਂ ਮੁੱਦਿਆਂ ਨੂੰ ਚੁੱਕੇਗਾ। ਇਹ ਵੀ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ, ਵਿਚਾਰਨ ਵਾਲੀਆਂ ਹੋਣਗੀਆਂ। ਪਰ ਇੱਕ ਚੀਜ਼ ਸਪਸ਼ਟ ਹੈ ਵੀ ਕਿ ਵਿਰੋਧੀ ਧਿਰਾਂ ਨੇ ਜਿਹੜਾ ਇਹ ਬਿਗੁਲ ਵਜਾਇਆ ਭਾਜਪਾ ਦੇ ਵਿਰੁੱਧ, ਇਹ ਕਿਤੇ ਨਾ ਕਿਤੇ ਇਸ ਬਿਗੁਲ ਨੇ ਜਿਹੜਾ ਹੈਗਾ ਭਾਜਪਾ ਨੂੰ ਕੰਬਣੀ ਜ਼ਰੂਰ ਛੇੜ ਦਿੱਤੀ ਹੈ। ਕਿਉਂਕਿ ਪਹਿਲਾਂ ਵੀ ਭਾਜਪਾ ਜਿਹੜੀ ਹੈਗੀ ਇਲੈਕਸ਼ਨ ਮੋਡ 'ਚ ਚੱਲ ਰਹੀ ਸੀ, ਪਰ ਇਸ ਤੋਂ ਬਾਅਦ ਤਾਂ ਬਿਲਕੁਲ ਹੀ ਭਾਜਪਾ ਨੇ ਗਤੀਵਿਧੀਆਂ ਆਪਣੀ ਪਹਿਲਾਂ ਦੇ ਮੁਕਾਬਲੇ 4 ਗੁਣਾ ਤੇਜ਼ ਕਰ ਦਿੱਤੀਆਂ ਨੇ। ਕਿਉਂਕਿ ਜਿੱਥੇ ਉਹ ਸਰਕਾਰ ਦਾ ਲਾਹਾ ਲੈ ਰਹੇ ਨੇ, ਉੱਥੇ ਆਪਣੀ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਦੇ ਹੋਏ ਜਿਹੜਾ ਹੈਗਾ ਉਸ ਦੀ ਵਰਤੋਂ ਕਰਨ ਲੱਗੇ ਹੋਏ ਨੇ। ਇਸੇ ਤਰ੍ਹਾਂ ਚੱਲਦੇ ਆ ਭਾਜਪਾ ਵੱਲੋਂ ਵੀ ਜਿਹੜਾ ਹੈਗਾ 18 ਜੁਲਾਈ ਨੂੰ ਕੱਲ੍ਹ ਨੂੰ ਆਪਣੇ NDA ਦੀ ਮੀਟਿੰਗ ਸੱਦੀ ਗਈ ਹੈ, ਜਿਸ 'ਚ ਲਗਭਗ 2.5 ਦਰਜਨ ਦੇ ਕਰੀਬ ਉਹਨਾਂ ਨੇ ਸਿਆਸੀ ਪਾਰਟੀਆਂ ਨੂੰ ਸੱਦਾ ਦਿੱਤਾ ਹੈ। ਹੁਣ ਦੇਖਣਾ ਇਹ ਹੋਏਗਾ ਵੀ ਕਿ NDA ਦੀ ਮੀਟਿੰਗ 'ਚ ਕੱਲ੍ਹ ਨੂੰ ਕੀ ਕੁਝ ਹੁੰਦਾ ਹੈ। ਪਰ ਅੱਜ ਜਿਹੜਾ ਹੈਗਾ ਵਿਰੋਧੀ ਧਿਰਾਂ ਦੀ ਮੀਟਿੰਗਾਂ ਨੇ ਇੱਕ ਚੀਜ਼ ਸਪਸ਼ਟ ਕਰ ਦਿੱਤੀ ਵੀ ਕਿ ਹੁਣ ਦੇਸ਼ ਦੀ ਸਿਆਸੀ ਧਿਰਾਂ ਜਿਹੜੀਆਂ ਗੈਰ ਭਾਜਪਾਈ ਕਹਿ ਲਓ ਜਾਂ ਭਾਜਪਾ ਵਿਰੋਧੀ ਪਾਰਟੀਆਂ, ਉਹ ਇੱਕ ਮੰਚ ਤੇ ਇਕੱਠੇ ਹੋਣ ਦੇ ਮੂਡ 'ਚ ਦਿਖਾਈ ਦੇ ਰਹੀਆਂ। ਉਹਨਾਂ ਦਾ ਮਨ ਕਰ ਰਿਹਾ ਵੀ ਕਿ ਇਕੱਠੇ ਹੋਈਏ ਤੇ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਜਿਸ ਰਫ਼ਤਾਰ ਨਾਲ ਭਾਜਪਾ ਦੇਸ਼ 'ਚ ਅੱਗੇ ਵੱਧ ਰਹੀ ਹੈ, ਭਾਜਪਾ ਨੂੰ ਰੋਕਿਆ ਜਾਵੇ। ਤਾਂ ਇਸ ਰਣਨੀਤੀ ਤੇ ਸਾਰੀਆਂ ਕੰਮ ਕਰਦੀ ਦਿਖਾਈ ਦੇ ਰਹੀਆਂ ਨੇ। ਤਾਂ ਹੁਣ ਦੇਖਣਾ ਇਹੀ ਹੋਵੇਗਾ ਵੀ ਕਿ ਇਹਨਾਂ ਵੱਲੋਂ ਮੀਟਿੰਗਾਂ ਦੇ ਦੌਰ ਤਾਂ ਜਾਰੀ ਰੱਖੇ ਜਾ ਰਹੇ ਨੇ। ਇਹ ਮੀਟਿੰਗਾਂ ਦੇ ਰੰਗ ਜਿਹੜੇ ਨੇ ਕਿੰਨੇ ਕੁ ਆਪਣੇ ਅਸਲ ਰੰਗ ਦਿਖਾਉਂਦੇ ਨੇ, ਇਹ ਤਾਂ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਪਤਾ ਲੱਗੇਗਾ। ਪਰ ਇੱਕ ਚੀਜ਼ ਸਪਸ਼ਟ ਹੈ, ਇਸ ਵਾਰ ਲੋਕ ਸਭਾ ਚੋਣਾਂ ਜਿਹੜੀਆਂ ਉਹ ਬਹੁਤ ਹੀ ਦਿਲਚਸਪ ਰਹਿਣ ਵਾਲੀਆਂ, ਕਿਉਂਕਿ ਜਿੱਥੇ ਦੇਸ਼ ਦੀ ਸਭ ਤੋਂ ਵੱਡੀ ਸਿਆਸੀ ਧਿਰ ਹੈ, ਤਾਂ ਉੱਥੇ ਹੀ ਦੇਸ਼ ਦੀਆਂ ਬਾਕੀ ਸਿਆਸੀ ਪਾਰਟੀਆਂ ਇੱਕ ਮੰਚ ਤੇ ਇਕੱਠੀਆਂ ਹੁੰਦੀਆਂ ਦਿਖਾਈ ਦੇ ਰਹੀਆਂ। ਉਹ ਕੀ ਕਰਨਗੀਆਂ ਇਹ ਤਾਂ ਸਮਾਂ ਹੀ ਦੱਸੇਗਾ, ਜਾਂ ਲੋਕ ਕੀ ਚਾਹੁੰਦੇ ਨੇ ਉਹ ਵੀ ਸਮਾਂ ਹੀ ਦੱਸੇਗਾ। ਪਰ ਪੰਜਾਬੀ ਟ੍ਰਿਬਿਊਨ ਤੁਹਾਡੇ ਤੱਕ ਇਹੋ ਜਿਹੇ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ, ਤੁਹਾਡੇ ਅੱਗੇ ਰੱਖਦਾ ਰਹੇਗਾ। ਕੱਲ੍ਹ ਨੂੰ ਇਸੇ ਸਮੇਂ ਫਿਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।